हाँ जी बेटा, अज आप अंग संग कहानी बारे पढ़ांगे। ठीक है, अंग संग नाल नाल। ठीक है, वरियाम सिंह संधू की लिखी हुई है यह कहानी। सब तो पहला आप औखे शब्दों के अर्थ पढ़ांगे। ठीक है, वाह वज जानी, अचानक कोई तकलीफ हो जानी। ठीक है, यक मुश्त इक्को किश्त विच इकट्ठियां ही किसी चीज कोई कर्जा उतार देना। ठीक है, मोहलत म्याद कुछ खास समा देना, रियायत लिहाज जा छूट देनी, उबासरे कुसके जा गिला करे। ठीक है, गुस्सा करे, आतुर दुखी जा लोड़वंद, नड़छिया मूर्ख आदमी जो लम्मा होवे, नड़े वर्गा व्यंग नाल कह के कहानी दे विच फैलसूफियां फजूल खर्चियां ਜਾਂ ਸ਼ੇਖੀਆਂ ਮਾਰਨੀਆਂ। ठीक है, ਤੋਸਾ ਖਾਣ ਪੀਣ ਦਾ ਸਮਾਨ, ਚਵਾਖਾ ਦੀਵੇ ਰੱਖਣ ਵਾਲਾ ਛੋਟਾ ਜਿਹਾ ਆਲਾ। ਅੱਗੇ ਪੁਰਾਣੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਹੁੰਦੇ ਸੀ ਬਣੇ ਹੋਏ, ਐਵੇਂ ਆਲੇ ਬਣੇ ਹੁੰਦੇ ਸੀ। ਠੀਕ ਹੈ, ਉਹਦੇ ਵਿੱਚ ਕੀ ਹੈ, ਦੀਵੇ ਰੱਖੇ ਜਾਂਦੇ ਸੀਗੇ। ਠੀਕ ਹੈ, ਨਿੰਮੋ ਚੂਣਾ ਸ਼ਰਮਿੰਦਾ, ਇਹਤਿਆਤ ਚੌਕਸੀ ਸਾਵਧਾਨੀ, ਸੁਲਗ ਚੰਗੇ ਸੁਭਾਅ ਵਾਲਾ, ਚੰਗੇ ਸੁਭਾਅ ਵਾਲੇ ਜਮੀਰ, ਜਮੀਰ ਆਤਮਾ, ਸੁਰਖਰੂ ਕਿਸੇ ਜ਼ਿੰਮੇਵਾਰੀ ਨੂੰ ਨਿਭਾ ਕੇ ਮੁਕਤ ਹੋ ਜਾਣਾ। ਠੀਕ ਹੈ ਬੇਟਾ, ਹੁਣ ਆਪਾਂ ਜਿਹੜੀ ਇਹ ਅੰਗ ਸੰਗ ਕਹਾਣੀ ਹੈ, ਠੀਕ ਹੈ, ਇਹਦੇ ਬਾਰੇ ਆਪਾਂ ਪੜਾਂਗੇ ਅੱਜ। ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਰਹੀ ਹਾਂ ਬੇਟਾ, ਕਹਾਣੀ ਇਹ ਬਹੁਤ ਵੱਡੀ ਹੈ। ਠੀਕ ਹੈ, ਤੁਹਾਨੂੰ ਦੱਸ ਰਹੀ ਹਾਂ ਵੀ ਇਹਦਾ ਮਤਲਬ ਕੀ ਹੈ, ਕਹਾਣੀ ਦਾ ਹੈ ਕੀ ਹੈ ਕਹਾਣੀ ਦੇ ਵਿੱਚ। ਠੀਕ ਹੈ, ਆਪਾਂ ਸ਼ਾਰਟ ਦੇ ਵਿੱਚ ਪੜਾਂਗੇ ਇਹ ਕਹਾਣੀ। ਤੁਸੀਂ ਚੈਪਟਰ ਪੂਰਾ ਬੁੱਕ ਦੇ ਵਿੱਚੋਂ ਪੜ੍ਹਨਾ ਹੈ ਇਹ ਕਹਾਣੀ ਬਾਰੇ। ਠੀਕ ਹੈ, ਪਰ ਤੁਸੀਂ ਧਿਆਨ ਨਾਲ ਸਮਝ ਲਓ ਵੀ ਹੈ ਕੀ ਇਸ ਕਹਾਣੀ ਦੇ ਵਿੱਚ। ਠੀਕ ਹੈ ਬੇਟਾ, ਹੁਣ ਅੰਗ ਸੰਗ ਜਿਹੜੀ ਕਹਾਣੀ ਹੈ ਇਹ, ਠੀਕ ਹੈ, ਇਹ ਕੀ ਲੇਖਕ ਨੇ ਕਿਉਂ ਲਿਖੀ ਹੈ, ਕਿਸ ਕਾਰਨ ਲਿਖੀ ਹੈ, ਇਸ ਕਹਾਣੀ ਦੇ ਵਿੱਚ ਲੇਖਕ ਨੇ ਲਿਖਿਆ ਕੀ ਹੈ। ਇੱਕ ਜਿਹੜਾ ਛੋਟਾ ਕਿਸਾਨੀ ਪਰਿਵਾਰ ਹੈ, ਠੀਕ ਹੈ, ਉਹਦੇ ਬਾਰੇ ਲਿਖਿਆ ਗਿਆ। ਛੋਟਾ ਕਿਸਾਨੀ ਪਰਿਵਾਰ ਹੈ, ਉਹ ਕਿਵੇਂ ਤੰਗੀਆਂ ਤੁਰਸ਼ੀਆਂ ਮਜਬੂਰੀਆਂ ਦੇ ਵਿੱਚ, ਠੀਕ ਹੈ, ਆਪਣਾ ਜੀਵਨ ਬਤੀਤ ਕਰਦਾ ਹੈ। ਪਰ ਕੁਝ ਲੋਕ ਹੁੰਦੇ ਨੇ ਜਿਹੜੇ ਕੀ ਹੈ, ਨਸ਼ੇ ਪੱਤੇ ਕਰਨ ਲੱਗ ਜਾਂਦੇ ਨੇ, ਗਲਤ ਆਦਤਾਂ ਦੇ ਵਿੱਚ ਪੈ ਜਾਂਦੇ ਨੇ। ਠੀਕ ਹੈ, ਤੇ ਨਸ਼ੇ ਪੱਤੇ ਕਰਨ ਲੱਗ ਜਾਂਦੇ ਤਾਂ ਉਹਦੇ ਕਾਰਨ ਕੀ ਹੈ, ਜਿਹੜੀ ਉਹਨਾਂ ਦੀ ਥੋੜੀ ਬਹੁਤੀ ਜ਼ਮੀਨ ਜਾਇਦਾਦ ਹੁੰਦੀ ਹੈ ਉਹ ਵੀ ਵਿਕ ਜਾਂਦੀ ਹੈ। ਠੀਕ ਹੈ, ਇਸੇ ਤਰ੍ਹਾਂ ਹੀ ਜਿਹੜੀ ਅੰਗ ਸੰਗ ਕਹਾਣੀ ਹੈ ਇਹਦੇ ਵਿੱਚ ਪਾਤਰ ਨੇ ਅਮਰੀਕ ਸਿੰਘ ਤੇ ਕਰਤਾਰ ਸਿੰਘ। ਜਿਹੜੇ ਕਰਤਾਰ ਸਿੰਘ ਨੇ ਉਹਨਾਂ ਦਾ ਪੁੱਤਰ ਹੈ ਅਮਰੀਕ ਸਿੰਘ। ਠੀਕ ਹੈ, ਜਿਹੜਾ ਕਰਤਾਰ ਸਿੰਘ ਹੁੰਦਾ ਬੇਟਾ ਉਹ ਛੋਟੀ ਉਮਰ ਦੇ ਵਿੱਚ, ਠੀਕ ਹੈ, ਬਹੁਤ ਜ਼ਿਆਦਾ ਨਸ਼ੇ ਪੱਤੇ ਕਰਨ ਲੱਗ ਜਾਂਦਾ। ਛੋਟੀ ਉਮਰ ਦੇ ਵਿੱਚ ਹੀ ਉਹ ਸ਼ਰਾਬ ਦਾ, ਨਸ਼ਿਆਂ ਦਾ ਆਦੀ ਹੋ ਜਾਂਦਾ ਉਹ। ਠੀਕ ਹੈ, ਤਾਂ ਉਸ ਤੋਂ ਬਾਅਦ ਕੀ, ਫਿਰ ਉਹਦਾ ਜਿਹੜਾ ਪੁੱਤਰ ਹੁੰਦਾ ਹੈ, ਠੀਕ ਹੈ, ਅਮਰੀਕ ਸਿੰਘ, ਤਾਂ ਉਹ ਕੀ ਹੈ, ਉਹ ਆਪਣੇ ਪਿਤਾ ਨੂੰ ਰੋਕਦਾ ਵੀ ਤੂੰ ਇਹ ਨਸ਼ੇ ਪੱਤੇ ਨਾ ਕਰ। ਠੀਕ ਹੈ, ਤਾਂ ਉਸ ਤੋਂ ਬਾਅਦ ਫਿਰ ਕੀ ਹੈ, ਤੁਹਾਨੂੰ ਇਹ ਹੁਣ ਕਹਾਣੀ ਦੇ ਵਿੱਚ ਦੱਸਦੀ ਹਾਂ ਅੱਗੇ ਵੀ ਹੈ ਕੀ ਹੈ ਸਾਰਾ ਕੁਝ ਕਹਾਣੀ ਦੇ ਵਿੱਚ। ਠੀਕ ਹੈ, ਦੋ ਪਾਤਰ ਨੇ ਇਹਦੇ ਵਿੱਚ, ਅਮਰੀਕ ਸਿੰਘ ਤੇ ਕਰਤਾਰ ਸਿੰਘ। ਅਮਰੀਕ ਸਿੰਘ ਦਾ ਪਿਤਾ ਕੌਣ ਹੈ, ਕਰਤਾਰ ਸਿੰਘ ਹੈ। ਠੀਕ ਹੈ ਬੇਟਾ, ਤਾਂ ਹੁਣ ਇਹਦੇ ਵਿੱਚ ਜਿਹੜੀ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਕੀ ਹੈ, ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ, ਠੀਕ ਹੈ, ਤਾਂ ਉਸਦੇ ਜਿਹੜੇ ਪੁੱਤਰ ਦੇ ਅਮਰੀਕ ਸਿੰਘ ਦੇ ਦਿਮਾਗ 'ਚ ਬਾਰ-ਬਾਰ ਆਪਣੇ ਪਿਤਾ ਦਾ ਖਿਆਲ ਆ ਰਿਹਾ ਹੁੰਦਾ ਹੈ। ਠੀਕ ਹੈ, ਜਿਹੜਾ ਅਮਰੀਕ ਸਿੰਘ ਹੁੰਦਾ ਇੱਕ ਸਰਕਾਰੀ ਮੁਲਾਜ਼ਮ ਹੁੰਦਾ ਉਹ। ਠੀਕ ਹੈ ਬੇਟਾ, ਤਾਂ ਉਹਦੇ ਪਿਤਾ ਦੇ ਦਿਮਾਗ ਦੇ ਵਿੱਚ ਬਾਰ-ਬਾਰ ਇਹੀ ਖਿਆਲ ਆ ਰਿਹਾ ਹੁੰਦਾ ਹੈ ਵੀ ਜੇ ਮੈਂ ਸ਼ਾਇਦ ਆਪਣੇ ਪਿਤਾ ਨੂੰ ਮੈਂ ਪਹਿਲਾਂ ਹੀ ਬਚਾ ਲੈਂਦਾ, ਠੀਕ ਹੈ, ਉਸ ਦਾ ਧਿਆਨ ਰੱਖਦਾ, ਉਹਨੂੰ ਨਾ ਇੰਨੀ ਸ਼ਰਾਬ ਪੀਣ ਦਿੰਦਾ, ਤਾਂ ਕੀ ਹੈ, ਮੈਂ ਆਪਣੇ ਪਿਤਾ ਨੂੰ ਬਚਾ ਲੈਂਦਾ, ਮੈਂ ਉਹਦੀਆਂ ਗੱਲਾਂ ਵੱਲ ਧਿਆਨ ਦਿੰਦਾ। ਠੀਕ ਹੈ, ਤਾਂ ਕੁਝ ਦਿਨ ਪਹਿਲਾਂ ਦੀ ਗੱਲ ਸੀ ਕਿ ਜਿਹੜਾ ਉਹਦਾ ਛੋਟਾ ਭਰਾ ਹੈ ਮਹਿੰਦਰ ਸਿੰਘ ਉਹਨੂੰ ਲੈਣ ਗਿਆ ਸੀਗਾ, ਉਹਨੂੰ ਅਮਰੀਕ ਸਿੰਘ ਨੂੰ। ਠੀਕ ਹੈ, ਤਾਂ ਉਸ ਤੋਂ ਬਾਅਦ ਕਿ ਉਹਦਾ ਪਿਤਾ ਬਹੁਤ ਜ਼ਿਆਦਾ ਬਿਮਾਰ ਹੈ। ਦੂਸਰੇ ਦਿਨ ਉਹਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਕਰਤਾਰ ਸਿੰਘ ਦੀ। ਠੀਕ ਹੈ, ਤਾਂ ਅਗਲੇ ਦਿਨ ਜਿਹੜੇ ਰਿਸ਼ਤੇਦਾਰ ਨੇ ਉਹ ਕਰਤਾਰ ਸਿੰਘ ਦੇ ਘਰੇ ਉਹਦਾ ਸੰਸਕਾਰ ਕਰਨ ਆ ਜਾਂਦੇ ਨੇ। ਠੀਕ ਹੈ ਬੇਟਾ, ਤਾਂ ਉਸ ਤੋਂ ਬਾਅਦ ਫਿਰ ਕੀ ਹੈ, ਜਿਹੜੇ ਅਮਰੀਕ ਸਿੰਘ ਨੂੰ ਕੀ ਹੈ, ਜਿਹੜੀ ਆਪਣੀ ਜ਼ਿੰਮੇਵਾਰੀ ਤੇ ਫਰਜ਼ ਦਾ ਅਹਿਸਾਸ ਬਾਰ-ਬਾਰ ਹੋ ਰਿਹਾ ਹੁੰਦਾ ਵੀ ਜੇ ਮੈਂ ਆਪਣੇ ਪਿਤਾ ਦਾ ਪਹਿਲਾਂ ਧਿਆਨ ਰੱਖਦਾ। ਠੀਕ ਹੈ, ਤੁਹਾਨੂੰ ਕਿਤੇ ਕਿਤੇ ਮੈਂ ਦੱਸ ਰਹੀ ਹਾਂ ਇਹ ਇਸ ਜ਼ਿੰਮੇਵਾਰੀ ਤੇ ਫਰਜ਼ ਦਾ ਉਹਨੂੰ ਅਹਿਸਾਸ ਹੁੰਦਾ ਹੈ। ਠੀਕ ਹੈ, ਤਾਂ ਉਹਨੂੰ ਕੀ ਅਹਿਸਾਸ ਹੁੰਦਾ ਜ਼ਿੰਮੇਵਾਰੀ ਤੇ ਫਰਜ਼ ਦਾ ਵੀ ਜੇ ਮੈਂ ਆਪਣੇ ਪਿਤਾ ਦੀ ਮੌਤ, ਠੀਕ ਹੈ, ਨਾ ਹੁੰਦੀ, ਮੇਰੇ ਪਿਤਾ ਦੀ ਮੌਤ ਨਾ ਹੁੰਦੀ, ਕਿਉਂ ਨਾ ਹੁੰਦੀ, ਜੇ ਮੈਂ ਆਪਣੇ ਪਿਤਾ ਦਾ ਧਿਆਨ ਰੱਖਿਆ ਹੁੰਦਾ। ਠੀਕ ਹੈ, ਆਪਣੇ ਪਿਤਾ ਦੀ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸਮਝਿਆ ਹੁੰਦਾ, ਸੁਣਿਆ ਹੁੰਦਾ, ਉਹਨੂੰ ਸ਼ਰਾਬ ਨਾ ਪੀਣ ਦਿੰਦਾ, ਉਹਨੂੰ ਜਿਹੜੇ ਉਹਦੇ ਬੈਲ ਲੱਗੇ ਹੋਏ ਸੀਗੇ ਉਹਨੂੰ, ਠੀਕ ਹੈ, ਗੰਦੀਆਂ ਆਦਤਾਂ ਲੱਗੀਆਂ ਸੀ, ਨਸ਼ੇ ਦੀਆਂ ਆਦਤਾਂ ਲੱਗੀਆਂ ਸੀ, ਉਹ ਸਾਰੀਆਂ ਚੀਜ਼ਾਂ ਤੋਂ ਮੈਂ ਉਹਨੂੰ ਜੇ ਮੈਂ ਪਹਿਲਾਂ ਹੀ ਦੂਰ ਰੱਖਦਾ, ਹਟਾ ਕੇ ਰੱਖਦਾ। ਠੀਕ ਹੈ, ਤਾਂ ਉਸ ਤੋਂ ਬਾਅਦ ਕਿ ਜਦੋਂ ਉਹਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਕਰਤਾਰ ਸਿੰਘ ਦੀ, ਤਾਂ ਉਹ ਤੋਂ 8ਵੇਂ ਦਿਨ ਬਾਅਦ ਹੈ ਜਿਹੜਾ ਕੀ ਹੈ, ਸੁਸਾਇਟੀ ਦਾ ਜਿਹੜਾ ਇੰਸਪੈਕਟਰ ਹੁੰਦਾ ਹੈ ਉਹ ਆ ਕੇ ਉਹ ਉਹਨਾਂ ਦੇ ਘਰੇ ਆ ਜਾਂਦਾ। ਠੀਕ ਹੈ, ਕਿਉਂ ਆ ਜਾਂਦਾ ਘਰੇ, ਕਿਉਂਕਿ ਕਰਤਾਰ ਸਿੰਘ ਨੇ ਉਹਦੇ ਤੋਂ 1650 ਰੁਪਇਆ ਜਿਹੜਾ ਕੀ ਹੈ ਕਰਜ਼ਾ ਲਿਆ ਹੋਇਆ ਹੁੰਦਾ ਹੈ। ਠੀਕ ਹੈ, ਇੰਸਪੈਕਟਰ ਤੋਂ। ਤਾਂ ਉਸ ਦੀ ਮੌਤ ਤੋਂ ਬਾਅਦ ਕਿ ਜਿਹੜੀ ਉਹ ਕਰਜ਼ੇ ਦੀ ਰਕਮ ਹੈ ਉਹ ਇੱਕ ਵਾਰ 'ਚ ਹੀ ਉਹਨੂੰ ਜਮ੍ਹਾਂ ਕਰਵਾਉਣ ਨੂੰ ਕਹਿੰਦਾ ਅਮਰੀਕ ਸਿੰਘ ਨੂੰ। ਠੀਕ ਹੈ, ਪਰ ਅਮਰੀਕ ਸਿੰਘ ਕੀ ਕਹਿੰਦਾ ਵੀ ਮੈਂ ਇੱਕ ਵਾਰ ਦੇ ਵਿੱਚ ਇਹ ਪੈਸੇ ਜਾਂ ਕਿਸ਼ਤ ਨਹੀਂ ਮੋੜ ਸਕਦਾ ਹੈਗਾ, ਮੈਂ 2 ਵਾਰਾਂ ਦੇ ਵਿੱਚ ਚੁਕਾ ਸਕਦਾ।
ਉਹ ਕੁਝ ਮੋਹਲਤ ਮੰਗਦਾ, ਕੁਝ ਸਮਾਂ ਮੰਗਦਾ ਹੈ, ਠੀਕ ਹੈ, ਇੰਸਪੈਕਟਰ ਤੋਂ ਵੀ ਮੈਂ ਤੇਰੇ ਜਿਹੜੇ ਪੈਸੇ ਨੂੰ 2 ਕਿਸ਼ਤਾਂ ਦੇ ਵਿੱਚ ਵਾਪਸ ਕਰ ਦੂੰਗਾ, ਠੀਕ ਹੈ ਬੇਟਾ। ਫਿਰ ਉਸ ਤੋਂ ਬਾਅਦ ਕੀ ਜਿਹੜਾ ਅਮਰੀਕ ਸਿੰਘ ਦਾ ਛੋਟਾ ਭਰਾ ਹੁੰਦਾ ਹੈ ਉਹ ਵੀ ਐਂ ਆਰਾਮ ਪਸੰਦ ਹੁੰਦਾ ਹੈ, ਠੀਕ ਹੈ। ਪਹਿਲਾਂ ਤਾਂ ਦੇਖ ਉਹਨਾਂ ਦਾ ਪਿਤਾ ਵੀ ਇਸ ਤਰ੍ਹਾਂ ਹੀ ਸੀ, ਫਿਰ ਉਹਨਾਂ ਦੇ ਦੋਨੇ ਪੁੱਤਰ, ਜਿਹੜਾ ਅਮਰੀਕ ਸਿੰਘ ਸੀ ਉਹ ਤਾਂ ਕੰਮਕਾਰ ਕਰਦਾ ਸੀਗਾ, ਉਹ ਸਰਕਾਰੀ ਮੁਲਾਜ਼ਮ ਸੀ। ਜਿਹੜਾ ਉਹਦਾ ਛੋਟਾ ਭਰਾ ਸੀ ਉਹ ਵੀ ਆਰਾਮ ਪਸੰਦ ਸੀਗਾ, ਉਹ ਵੀ ਐਂ ਐਸ਼ ਪ੍ਰਸਤੀ ਕਰਦਾ ਸੀਗਾ, ਠੀਕ ਹੈ। ਤੇ ਉਹਨਾਂ ਦੀ ਜਿਹੜੀ ਛੋਟੀ ਭੈਣ ਸੀਗੀ ਉਹ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ। 2 ਵੱਡੀਆਂ ਭੈਣਾਂ ਸੀਗੀਆਂ, ਉਹਦੇ ਪਿਤਾ ਕਰਤਾਰ ਸਿੰਘ ਨੇ ਵਿਆਹਤੀਆਂ ਸੀ ਪਹਿਲਾਂ। ਅਮਰੀਕ ਸਿੰਘ ਸੀ ਜਿਹੜਾ, ਉਹਨੂੰ ਕੀ ਪਿਓ ਦੇ ਜਿੰਦਿਆਂ ਕੋਈ ਕਿਸੇ ਚੀਜ਼ ਦਾ ਫਿਕਰ ਨਹੀਂ ਸੀ। ਹਰੇਕ ਬੱਚੇ ਨੂੰ ਹੁੰਦਾ ਜਦੋਂ ਉਹਦੇ ਮਾਤਾ ਪਿਤਾ ਸਿਰ 'ਤੇ ਹੁੰਦੇ ਨੇ ਤਾਂ ਉਹਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਹੁੰਦੀ ਹੈਗੀ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ, ਤਾਂ ਉਹਨੂੰ ਕੋਈ ਫਿਕਰ ਨਹੀਂ ਹੁੰਦੀ ਹੈਗੀ। ਤਾਂ ਉਹ ਹਰੇਕ ਮਹੀਨੇ ਆਪਣੀ ਜਿਹੜੀ ਅੱਧੀ ਤਨਖਾਹ ਹੁੰਦੀ ਹੈ ਉਹ ਆਪਣੀ ਮਾਤਾ ਨੂੰ ਲਿਆ ਕੇ ਫੜਾ ਆਉਂਦਾ ਹੁੰਦਾ ਆ ਕੇ ਅਮਰੀਕ ਸਿੰਘ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੈ, ਫਿਰ ਉਹ ਜਦ ਕਿ ਉਹ ਆਪਣੇ ਪਿਤਾ ਦੇ ਨਾਲ ਉਹ ਨਾਰਾਜ਼ ਹੀ ਰਹਿੰਦਾ ਹਮੇਸ਼ਾ। ਅਮਰੀਕ ਸਿੰਘ ਹੁੰਦਾ ਕਿਉਂ ਨਾਰਾਜ਼ ਰਹਿੰਦਾ, ਕਿਉਂਕਿ ਉਹਦਾ ਪਿਤਾ ਜਿਹੜਾ ਕੀ ਹੈ ਉਹ ਬਹੁਤ ਜ਼ਿਆਦਾ ਨਸ਼ੇ ਪੱਤੇ ਕਰਦਾ ਸੀ। ਉਹਨੂੰ ਕੀ ਹੈ ਖਾਣ ਪੀਣ ਦਾ, ਪਹਿਨਣ ਦਾ, ਵਧੀਆ ਚੰਗਾ ਪਹਿਨਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਉਹਨੂੰ ਕੀ ਹੈ, ਉਹਨੂੰ ਯਾਦ ਆ ਰਿਹਾ ਹੁੰਦਾ ਹੈ ਅਮਰੀਕ ਸਿੰਘ ਨੂੰ ਵੀ ਜਦੋਂ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਉਹਦਾ ਜਿਹੜਾ ਪਿਤਾ ਕੀ ਹੈ ਕਰਤਾਰ ਸਿੰਘ ਆਪਣੇ ਪੁੱਤਰ ਨੂੰ ਦਾਖਲ ਕਰਾਉਣ ਜਾਂਦਾ, ਅਮਰੀਕ ਸਿੰਘ ਨੂੰ ਦਾਖਲ ਕਰਵਾਉਣ ਜਾਂਦਾ ਹੁੰਦਾ ਸਕੂਲ ਦੇ ਵਿੱਚ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੈ, ਫਿਰ ਜਿਹੜਾ ਉਹਦੇ ਮਾਸਟਰ ਹੁੰਦੇ ਨੇ ਮੁਲਖ ਰਾਜ, ਉਹਦੇ ਕੋਲ ਜਾਂਦਾ ਹੁੰਦਾ ਹੈ। ਤਾਂ ਉਸਨੂੰ ਨਿੱਕੇ ਹੁੰਦਿਆਂ ਦੀ ਇਹ ਗੱਲ ਬੜਾ ਦੁੱਖ ਦਿੰਦੀ ਹੈ ਵੀ ਜਦੋਂ ਜਿਹੜੇ ਇਹਦੇ ਪਿਤਾ ਜੀ ਸੀਗੇ ਕਰਤਾਰ ਸਿੰਘ ਸੀਗੇ, ਠੀਕ ਹੈ, ਤਾਂ ਅਮਰੀਕ ਸਿੰਘ ਦਾ ਭਰਾ ਸਮਝਦੇ ਸੀਗੇ ਵੀ ਇਹ ਦੋਨੇ ਭਾਈ ਨੇ, ਕਿਉਂਕਿ ਉਹਨਾਂ ਦੀ ਜਿਹੜੇ ਕਰਤਾਰ ਸਿੰਘ ਸੀ ਅਮਰੀਕ ਸਿੰਘ ਦਾ ਪਿਤਾ, ਉਹਦੀ ਉਮਰ ਬਹੁਤ ਛੋਟੀ ਸੀਗੀ, ਠੀਕ ਹੈ। 45 ਸਾਲ ਦੀ ਉਮਰ ਦੇ ਵਿੱਚ ਤਾਂ ਉਹਦੀ ਡੈਥ ਹੋ ਗਈ ਸੀਗੀ ਕਰਤਾਰ ਸਿੰਘ ਦੀ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜਾ ਅਮਰੀਕ ਸਿੰਘ ਹੁੰਦਾ ਹੈ ਉਹ ਕੀ ਕਹਿੰਦਾ ਕਰਤਾਰ ਸਿੰਘ ਨੂੰ, ਉਹਨੂੰ ਕਰਤਾਰ ਸਿੰਘ ਤੇ ਅਮਰੀਕ ਸਿੰਘ ਦੋਨੋਂ ਭਰਾ ਲੱਗਦੇ ਹੁੰਦੇ ਨੇ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਆ ਦੇਖੋ ਇੱਥੇ ਉਹਦੇ ਪਿਤਾ ਅਮਰੀਕ ਨੂੰ ਲੱਗਾ ਕਿ ਉਸਦੇ ਪਿਓ ਵਗਦੇ ਦਰਿਆ ਨੂੰ ਇਕੱਲੇ ਹੀ ਛੱਡ ਕੇ ਪਰਲੇ ਬੰਨੇ ਖਲੋਤਾ ਹੱਸ ਰਿਹਾ ਵੀ ਮਤਲਬ ਉਹਦਾ ਪਿਤਾ ਉਹਨੂੰ ਛੱਡ ਕੇ ਚਲਾ ਗਿਆ, ਇਸ ਦੁਨੀਆਦਾਰੀ ਤੋਂ ਚਲਾ ਗਿਆ। ਕੱਕੀ ਦਾੜੀ ਮਤਲਬ ਕੀ ਹੈ, ਛੋਟੀ ਮੁੱਛ ਫੁੱਟਦੀ ਦਾੜੀ, ਠੀਕ ਹੈ। ਮਤਲਬ ਜਦੋਂ 17-18 ਸਾਲ ਦੀ ਉਮਰ ਹੋ ਜਾਂਦੀ ਹੈ, ਠੀਕ ਹੈ। ਨਿੱਕੀਆਂ ਮੁੱਛਾਂ ਵਾਲਾ, ਜਿਸ ਨੂੰ ਕਦੀ ਬੜੇ ਪਿਆਰ ਕਰਦਾ ਸੀ, ਜਿਹੜਾ ਕਿ ਅੱਜ ਵੀ ਛਾਲ ਮਾਰਦਾ ਕਿ ਸਾਰਿਆਂ ਤੋਂ ਅੱਗੇ ਡਿੱਗਦਾ ਸੀ, ਹੋਰਾਂ ਨੂੰ ਹੱਸ ਕੇ ਕਹਿੰਦਾ ਉਹ, ਠੀਕ ਹੈ, ਵੀ ਹੁਣ ਸਾਤੋਂ ਨਹੀਂ ਛਾਲਾਂ ਬਣਦੀਆਂ, ਅਸੀਂ ਬੁੱਢੇ ਬੰਦੇ ਹੋ ਗਏ। ਇਹ ਸਾਰਾ ਕੁਝ ਕੀ ਹੈ ਉਹ ਕਰਤਾਰ ਸਿੰਘ ਕਹਿੰਦਾ ਸੀਗਾ, ਠੀਕ ਹੈ, ਆਪਣੇ ਪੁੱਤਰ ਨੂੰ ਅਮਰੀਕ ਸਿੰਘ ਨੂੰ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਕੀ ਹੈ, ਜਿਹੜੀ ਉਹਦੀ ਅਮਰੀਕ ਸਿੰਘ ਸੀਗਾ ਜਿਹੜਾ ਕੀ ਹੈ ਉਹ ਆਪਣੇ ਪਿਤਾ ਦੇ ਸਿਰ 'ਤੇ ਬਹੁਤ ਜ਼ਿਆਦਾ ਐਸ਼ਪ੍ਰਸਤੀ ਕਰਦਾ ਸੀਗਾ। ਉਹਨੂੰ ਆਪਣੇ ਪਿਤਾ ਦੇ ਸਿਰ 'ਤੇ ਕੋਈ ਚਿੰਤਾ ਨਹੀਂ ਹੁੰਦੀ ਸੀਗੀ। ਜਿਹੜੇ ਅਮਰੀਕ ਸਿੰਘ ਕਰਤਾਰ ਸਿੰਘ ਸੀਗਾ ਉਹ ਕੀ ਕਰਦਾ ਹੈ, ਉਹ ਆਪਣੇ ਪਿਓ ਦੇ ਸਿਰ 'ਤੇ ਐਸ਼ ਰਹਿੰਦਾ ਸੀ, ਠੀਕ ਹੈ। ਆਪਣੀ ਜ਼ਮੀਨ ਜਿਹੜੀ ਹਿੱਸੇ ਦੀ ਸੀ ਉਹ ਵੀ ਠੇਕੇ 'ਤੇ ਛੱਡ ਦਿੰਦਾ ਸੀਗਾ, ਮੁੰਡਿਆਂ ਦੇ ਢਾਣੀਆਂ ਦੇ ਵਿੱਚ ਜਾ ਕੇ ਬੈਠ ਜਾਂਦਾ, ਠੀਕ ਹੈ। ਤੇ ਵਧੀਆ ਕੱਪੜੇ ਪਹਿਨਦਾ ਸੀਗਾ, ਵਧੀਆ ਪੱਗਾਂ ਪਹਿਨਦਾ ਸੀਗਾ, ਹੱਥਾਂ ਦੇ ਵਿੱਚ ਲਿਸ਼ਕਦੀ ਸੰਮਾਂ ਵਾਲੀ ਡਾਂਗ ਰੱਖਦਾ ਸੀਗਾ ਜਿਹੜਾ ਕਰਤਾਰ ਸਿੰਘ ਸੀਗਾ, ਠੀਕ ਹੈ। ਫਿਰ ਅਮਰੀਕ ਸਿੰਘ ਨੂੰ ਯਾਦ ਆਉਂਦੇ ਕਿ ਉਹਦੇ ਪਿਓ ਨੇ ਨਿੱਕੇ ਹੁੰਦਿਆਂ ਕਈ ਮੱਝਾਂ ਗਾਵਾਂ ਸਭ ਕੁਝ ਘੋੜੇ ਉਹ ਵੀ ਪਾਲੇ ਹੋਏ ਸੀਗੇ ਉਹਨੇ, ਠੀਕ ਹੈ। ਛਾਲਾਂ ਮਾਰਨ ਤੇ ਕੌਡੀਆਂ ਖੇਡਣ ਤੋਂ ਬਿਨਾਂ ਉਹਨੂੰ ਕੀ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸੀਗੇ। ਢਾਣੀਆਂ ਮਤਲਬ ਕਿ ਹੁੰਦੇ ਨੇ ਜਿਹੜੇ 5-7 ਮੁੰਡੇ ਹੁੰਦੇ ਨੇ ਇਕੱਠੇ ਹੋ ਕੇ ਮਤਲਬ ਬੰਨ ਕੇ, ਠੀਕ ਹੈ, ਉਹ ਕੀ ਸ਼ਿਕਾਰ ਕਰਨ ਵੀ ਤੁਰਦਾ ਸੀਗਾ ਉਹ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੈ, ਕੁਝ ਸਮਾਂ ਜਦੋਂ ਉਹਦੀ ਕੀ ਹੈ ਜਿਹੜੀ ਕਰਤਾਰ ਸਿੰਘ ਸੀਗਾ ਉਹਦੀ ਕੀ ਹੈ ਐਸ਼ਪ੍ਰਸਤੀ ਵੱਧਦੀ ਗਈ, ਉਹਦੀ ਸ਼ਰਾਬ ਪੀਣ ਦੀ ਆਦਤ ਉਹ ਲਗਾਤਾਰ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਸੀ, ਦਿਨੋਂ ਦਿਨ ਉਹਦੀ ਆਦਤ 'ਚ ਹੋਰ ਜ਼ਿਆਦਾ ਵਾਧਾ ਹੁੰਦਾ ਜਾ ਰਿਹਾ ਸੀਗਾ ਕਰਤਾਰ ਸਿੰਘ ਦੀ ਆਦਤ ਦੇ ਵਿੱਚ, ਠੀਕ ਹੈ। ਤਾਂ ਜਦੋਂ ਅਮਰੀਕ ਸਿੰਘ ਨੂੰ ਯਾਦ ਆ ਰਿਹਾ ਸੀ ਕਿ ਜਦੋਂ ਇੱਕ ਰਾਤ ਜਿਹੜੇ ਉਹਦੇ ਪਿਤਾ ਸੀਗਾ, ਠੀਕ ਹੈ, ਉਹਦੀ ਮਾਂ ਅਮਰੀਕ ਸਿੰਘ ਦੀ ਮਾਤਾ ਜੰਗੀਰ ਕੌਰ ਨੂੰ ਬਹੁਤ ਜ਼ਿਆਦਾ ਕੁੱਟਦਾ ਉਹਨੂੰ ਕਹਿੰਦਾ ਵੀ ਮੈਨੂੰ ਆਪਣੀਆਂ ਭੈਣਾਂ ਦੇ ਕੁੜੀਆਂ ਦੇ ਵਿਆਹ ਲਈ ਪੈਸੇ ਚਾਹੀਦੇ ਨੇ, ਕੁਝ ਵੀ ਮੈਨੂੰ ਉਹਦੇ ਲਈ ਕੁਝ ਪੈਸੇ ਚਾਹੀਦੇ ਨੇ। ਤਾਂ ਉਹ ਕੀ ਕਹਿੰਦਾ, ਫਿਰ ਉਸ ਤੋਂ ਬਾਅਦ ਕੁਝ ਪੈਸੇ ਚਾਹੀਦੇ ਨੇ ਤਾਂ ਉਹ ਕੀ ਆ ਉਹਨੂੰ ਪੈਸਿਆਂ ਦਾ ਇੰਤਜ਼ਾਮ ਨਹੀਂ ਕਰ ਸਕਦਾ ਹੁੰਦਾ ਹੈਗਾ। ਤਾਂ ਕੀ ਕਰਦਾ ਉਹ ਆਪਣੀ ਪਤਨੀ ਦੇ ਜਿਹੜੀ ਜੰਗੀਰ ਕੌਰ ਹੁੰਦੀ ਆ ਉਹਦੀਆਂ ਕੀ ਆ ਉਹ ਟੂਮਾਂ ਵੇਚ ਦਿੰਦਾ ਹੈ, ਗਹਿਣੇ ਵੇਚ ਦਿੰਦਾ, ਜਿਸ ਤੋਂ ਉਹ ਇਨਕਾਰ ਕਰਦੀ ਹੈ ਵੀ ਮੇਰੇ ਗਹਿਣੇ ਨਾ ਤੂੰ ਵੇਚ। ਤਾਂ ਫਿਰ ਕੀ ਕਰਦਾ ਜਿਹੜਾ ਕਰਤਾਰ ਸਿੰਘ ਹੁੰਦਾ ਹੈ, ਜਿਹੜੀ ਉਹਦੀ ਕੋਈ 2-2.5 ਕਿੱਲੇ ਪੈੜੀ ਹੁੰਦੀ ਹੈ, ਜ਼ਮੀਨ ਹੁੰਦੀ ਹੈ, ਠੀਕ ਹੈ, ਉਹ ਉਹਨੂੰ ਕੀ ਗਹਿਣੇ ਰੱਖ ਦਿੰਦਾ ਉਹਨੂੰ ਵੀ। ਤਾਂ ਉਹਨੂੰ ਗਹਿਣੇ ਰੱਖ ਕੇ ਫਿਰ ਉਹ ਆਪਣੀ ਜ਼ਮੀਨ ਨੂੰ ਵੇਚਦਾ ਉਹ, ਠੀਕ ਹੈ ਬੇਟਾ, ਜ਼ਮੀਨ ਨੂੰ ਗਹਿਣੇ ਰੱਖ ਕੇ ਆਪਣੀਆਂ ਭੈਣਾਂ ਦੇ ਕੁੜੀਆਂ ਦੇ ਵਿਆਹ ਕਰਦਾ, ਮਤਲਬ ਆਪਣੀਆਂ ਭਾਣਜੀਆਂ ਦੇ ਵਿਆਹ ਕਰਦਾ ਉਹ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਕੀ ਹੈ, ਇਸੇ ਤਰ੍ਹਾਂ ਹੀ ਉਹਦੀ ਆਪਣੀਆਂ ਵੀ ਉਹ 2 ਕੁੜੀਆਂ ਨੂੰ ਵਿਆਹ ਦਿੰਦਾ ਹੈ ਉਹ ਕਰਤਾਰ ਸਿੰਘ, ਆਪਣੇ ਜਿਉਂਦੇ ਜੀ ਆਪਣੇ 2 ਕੁੜੀਆਂ ਦੇ ਵਿਆਹ ਕਰ ਦਿੰਦਾ। ਤੇ ਫਿਰ ਉਸ ਤੋਂ ਬਾਅਦ ਕੀ ਹੈ, ਜਦੋਂ ਉਹਦੀ ਕਈ ਵਾਰ ਵੱਡੀ ਕੁੜੀ ਦੇ ਗੱਲ ਤੁਰਦੀ, ਉਹਦੇ ਰਿਸ਼ਤੇ ਦੀ ਪਹਿਲਾਂ ਗੱਲ ਤੁਰਦੀ ਸੀ, ਤਾਂ ਉਦੋਂ ਕੀ ਹੈ ਸਿਰਫ ਉਹਦੇ ਕਾਹਦੇ ਕਾਰਨ
ਰਿਸ਼ਤਾ ਛੱਡਿਆ ਜਾਂਦਾ ਹੈ ਵੀ ਜਿਹੜੀ ਕਰਤਾਰ ਸਿੰਘ ਹੈ ਬਹੁਤ ਜ਼ਿਆਦਾ ਉਹ ਨਸ਼ੇ ਕਰਦਾ ਹੈ, ਠੀਕ ਹੈ, ਬਹੁਤ ਜ਼ਿਆਦਾ ਸ਼ਰਾਬ ਪੀਂਦਾ, ਇਸ ਕਰਕੇ ਉਹਦੀ ਵੱਡੀ ਕੁੜੀ ਦਾ ਵੀ ਰਿਸ਼ਤਾ ਛੱਡਿਆ ਜਾਂਦਾ ਹੈ। ਪਰ ਅਮਰੀਕ ਸਿੰਘ ਇਹ ਸੋਚ ਰਿਹਾ ਹੁੰਦਾ ਹੈ ਕਿ ਜਿਹੜਾ ਉਹਦੇ ਫਰਜ਼ ਨੇ ਘਰ ਨਿਭਾਉਣਾ, ਮਤਲਬ ਜੇ ਉਹਨੇ ਵਿਆਜ ਤੇ ਪੈਸੇ ਲਏ ਨੇ ਉਹਨੂੰ ਉਹ ਕਿਵੇਂ ਪੂਰੇ ਕਰੂਗਾ, ਕਿਵੇਂ ਉਤਾਰੂਗਾ। ਉਹਨੂੰ ਦਿਨ ਰਾਤ ਇਹੀ ਚਿੰਤਾ ਖਾਈ ਜਾ ਰਹੀ ਹੁੰਦੀ ਹੈ ਵੀ ਉਹ ਆਪਣੀ ਤਨਖਾਹ ਦਾ ਖਰਚਾ ਕਿਵੇਂ ਚਲਾਊਗਾ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਕੀ ਹੈ, ਉਸਨੇ ਜਿਹੜਾ ਉਹਦਾ ਛੋਟਾ ਪੁੱਤਰ ਹੁੰਦਾ ਲੜਕਾ ਮਹਿੰਦਰ ਸਿੰਘ, ਕਰਤਾਰ ਸਿੰਘ ਦਾ ਛੋਟਾ ਲੜਕਾ, ਉਹ ਉਹਨੂੰ ਕਹਿੰਦਾ ਵੀ ਤਕੜੇ ਹੋ ਕੇ ਕੰਮ ਕਰਨ ਨੂੰ ਕਹਿੰਦਾ ਵੀ ਤਕੜੇ ਹੋ ਕੇ ਕੰਮ ਕਰ, ਵੀ ਜਿਹੜਾ ਆਪਣਾ ਕੀ ਹੈ, ਜਿਹੜਾ ਪੌਣਾ ਕਿੱਲਾ ਹੋਰ ਬਚਦਾ ਪਿਆ ਵੀ ਉਹ ਵੀ ਨਾ ਕਿਤੇ ਵਿਕ ਜਾਵੇ, ਠੀਕ ਹੈ। ਅਮਰੀਕ ਸਿੰਘ ਸੋਚ ਰਿਹਾ ਹੁੰਦਾ ਹੈ ਵੀ ਬੇਟਾ ਵੀ ਜਿਹੜੇ ਉਹਦੇ ਘਰ ਹੈ ਜਿਹੜਾ ਫਰਜ਼ ਉਹਨੇ ਕਰਜ਼ਾ ਲਿਆ ਹੁੰਦਾ, ਠੀਕ ਹੈ, ਆਪਣੇ ਫਰਜ਼ ਨੂੰ ਨਿਭਾਉਣ ਲਈ, ਜੀਵਨ ਨੂੰ ਚਲਾਉਣ ਲਈ ਉਹਨੂੰ ਹੋਰ ਜ਼ਿਆਦਾ ਪੈਸਿਆਂ ਦੀ ਲੋੜ ਆ। ਆਪਣੇ ਛੋਟੇ ਭਰਾ ਕੀ ਹੈ ਮਹਿੰਦਰ ਸਿੰਘ ਨੂੰ ਕਹਿੰਦਾ ਉਹ ਵੀ ਤੂੰ ਹੁਣ ਥੋੜਾ ਤਕੜਾ ਹੋ ਕੇ ਕੰਮ ਕਰ, ਵੀ ਜਿਹੜੀ ਆਪਣੀ ਜ਼ਮੀਨ ਜਿਹੜੀ ਗਹਿਣੇ ਪਈ ਪਹਿਲੀ ਹੈ ਆਪਣੀ ਉਹ ਜ਼ਮੀਨ ਵੀ ਛੁਡਾਉਣੀ ਹੈ, ਠੀਕ ਹੈ। ਫਿਰ ਉਹਦੀ ਭੈਣ ਦੀ ਸੱਸ ਮਰ ਜਾਂਦੀ ਹੈ ਵੀ ਉਹਦੇ ਇਕੱਠ ਮਤਲਬ ਵੀ ਉਹਦੇ ਭੋਗ ਤੇ ਕੋਈ ਵੀ ਸੋਨੇ ਦਾ ਕੋਈ ਗਹਿਣਾ ਪਾਇਆ ਜਾਂਦਾ, ਠੀਕ ਹੈ, ਤਾਂ ਉਹ ਵੀ ਕਰਨਾ ਆਪਾਂ ਨੇ, ਉਹਦੇ ਭੋਗ ਦਾ ਖਰਚਾ ਵੀ ਪੂਰਾ ਦੇਣਾ ਆਪਾਂ ਨੇ, ਠੀਕ ਹੈ। ਤਾਂ ਉਹ ਸਾਰਾ ਕੀ ਖਾਦ ਜਿਹੜੀ ਖੇਤਾਂ ਦੇ ਵਿੱਚ ਖਾਦ ਪਾਉਣ ਵਾਲੀ ਪਈ ਆ ਉਹ ਕੰਮਕਾਰ ਵੀ ਕਰ ਰਹੇ ਨੇ, ਸਾਰਾ ਕੁਛ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਅਮਰੀਕ ਸਿੰਘ ਦੇ ਸਿਰ ਤੇ ਆ ਜਾਂਦੀ ਹੁੰਦੀ ਹੈ ਉਹਦੇ ਪਿਤਾ ਦੀ ਮੌਤ ਤੋਂ ਬਾਅਦ, ਠੀਕ ਹੈ। ਉਹ ਆਪਣੇ ਭਰਾ ਨੂੰ ਕਹਿੰਦਾ ਵੀ ਜੇ ਆਪਾਂ ਦੋਨੋਂ ਜਾਣੇ ਇਕੱਠੇ ਹੋ ਕੇ ਰਲ ਕੇ ਕੰਮ ਕਰਾਂਗੇ ਤਾਂ ਆਪਣੀ ਜਿਹੜੀ ਪਹਿਲੀ ਆਪਣੀ ਜ਼ਮੀਨ ਗਹਿਣੇ ਰੱਖੀ ਹੋਈ ਹੈ ਤਾਂ ਉਹ ਛੁੱਟ ਸਕਦੀ ਹੈ, ਠੀਕ ਹੈ। ਤਾਂ ਉਹਨੂੰ ਆਪਣੇ ਪਿਤਾ ਦੀਆਂ ਜਿਹੜੀਆਂ ਵਿਗੜੀਆਂ ਹੋਈਆਂ ਆਦਤਾਂ ਤੇ ਉਹਨੂੰ ਯਾਦ ਆ ਰਹਿੰਦੇ ਵੀ ਜੇ ਸਾਡਾ ਜੇ ਪਿਓ ਜਿਉਂਦਾ ਹੁੰਦਾ ਤਾਂ ਜਿਹੜੀ ਹੁਣ 2 ਕਿੱਲੇ ਬਚਦੀ ਜ਼ਮੀਨ ਹੈ ਸਾਡੀ ਉਹ ਵੀ ਗਹਿਣੇ ਰੱਖੀ ਜਾਂਦੀ, ਕਿਉਂਕਿ ਉਹਦਾ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ, ਆਪਣੀ ਐਸ਼ਪ੍ਰਸਤੀ ਦੇ ਵਿੱਚ ਲੋਕਾਂ ਦੇ ਢਾਣੀਆਂ ਦੇ ਵਿੱਚ ਇਕੱਠੇ ਹੋ ਕੇ, ਠੀਕ ਹੈ, ਸਾਰਾ ਪੈਸਾ ਬਰਬਾਦ ਕਰ ਦਿੰਦਾ ਸੀਗਾ। ਤਾਂ ਉਸ ਤੋਂ ਬਾਅਦ ਫਿਰ ਕੀ ਆ, ਉਹਨੂੰ ਲਾਸਟ ਦੇ ਵਿੱਚ ਬੇਟਾ ਉਹਨੂੰ ਅਮਰੀਕ ਸਿੰਘ ਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਜਿਵੇਂ ਉਹਦੇ ਜਿਹੜੇ ਘਰ ਦੇ ਸਾਰੇ ਸਾਈਂ ਨੇ, ਘਰ ਦੇ ਸਾਰੇ ਮੈਂਬਰ ਨੇ ਵੀ ਵੇਲੇ ਸਿਰ ਉਹਨੂੰ ਤੁਰ ਜਾਣ ਦਾ ਉਹਦੇ ਦਾ, ਠੀਕ ਹੈ, ਵੀ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰ ਰਹੇ ਸੀ, ਸ਼ਾਂਤ ਮਹਿਸੂਸ ਕਰ ਰਹੇ ਸੀ ਵੀ ਜਿਹੜਾ ਕਰਤਾਰ ਸਿੰਘ ਆ ਉਹ ਸਮੇਂ ਸਿਰ ਤੁਰ ਗਿਆ ਤਾਂ ਵਧੀਆ ਹੋਇਆ, ਵੀ ਜਿੰਨਾ ਕੁ ਜੋ ਸਾਡੇ ਕੋਲ ਬਚਦਾ ਪਿਆ ਸੀ ਨਹੀਂ ਸਾਡਾ ਸਭ ਕੁਝ ਇਹ ਵੀ ਵਿਕ ਜਾਣਾ ਸੀਗਾ, ਠੀਕ ਹੈ। ਤਾਂ ਉਹ ਇਹ ਜਿਹੜੀ ਅੰਗ ਸੰਗ ਕਹਾਣੀ ਹੈ, ਠੀਕ ਹੈ, ਬਰਿਆਮ ਸਿੰਘ ਸੰਧੂ ਦੀ, ਇਹ ਸਿਰਫ ਇਸੇ ਮਕਸਦ ਦੇ ਨਾਲ ਲਿਖੀ ਗਈ ਹੈ ਕਹਾਣੀ ਇਹ ਵੀ ਜਿਹੜਾ ਮੱਧ ਵਰਗ ਦਾ ਪਰਿਵਾਰ ਹੈ, ਠੀਕ ਹੈ, ਮੱਧ ਵਰਗੀ ਪਰਿਵਾਰ ਦੇ ਜਿਹੜੇ ਲੋਕ ਨੇ ਜਦੋਂ ਉਹ ਪਰਿਵਾਰ ਦਾ ਕੋਈ ਇੱਕ ਵੀ ਪਰਿਵਾਰਕ ਮੈਂਬਰ ਹੈ ਜਦੋਂ ਨਸ਼ੇ ਪੱਤੇ ਕਰਨ ਲੱਗ ਜੇ, ਠੀਕ ਹੈ, ਤਾਂ ਉਹ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਉਹ, ਠੀਕ ਹੈ। ਤਾਂ ਉਸ ਤੋਂ ਬਾਅਦ ਉਹ ਤਾਂ ਚਲਾ ਗਿਆ, ਠੀਕ ਹੈ, ਉਹਨੇ ਆਪਣੀ ਉਮਰ ਦੇ ਵਿੱਚ ਐਸ਼ਪ੍ਰਸਤੀ ਕੀਤੀ, ਨਸ਼ੇ ਕੀਤੇ, ਸ਼ਰਾਬ ਪੀਤੀ, ਮਾਰਦਾ ਕੁੱਟਦਾ ਰਿਹਾ, ਜ਼ਮੀਨ ਗਹਿਣੇ ਰੱਖਤੀ, ਸੋਨਾ ਵੇਚਦਾ, ਟੂਮਾ ਗਹਿਣੇ ਵੇਚਦੇ, ਠੀਕ ਹੈ। ਪਰ ਉਸ ਤੋਂ ਬਾਅਦ ਸਾਰਾ ਕੁਝ ਕਿਹਨੇ ਸੰਭਾਲਿਆ, ਉਹਦੇ ਪੁੱਤਰ ਨੇ, ਠੀਕ ਹੈ। ਤਾਂ ਫਿਰ ਉਹਦੇ ਪਰਿਵਾਰਕ ਮੈਂਬਰ ਇਹ ਮਹਿਸੂਸ ਕਰ ਰਹੇ ਨੇ ਵੀ ਵਧੀਆ ਹੋਇਆ ਵੀ ਉਹ ਸਮੇਂ ਦੇ ਨਾਲ ਮੁਤਾਬਕ ਚਲਾ ਗਿਆ, ਨਹੀਂ ਸਾਡਾ ਵੀ ਜਿਹੜੀ ਸਾਡੇ ਘਰ ਦੇ ਮੈਂਬਰ ਸੀਗੇ ਜਿੰਨਾ ਕੁ ਸਾਡੇ ਕੋਲ ਹੈਗਾ ਉਹ ਵੀ ਸਾਡੀ ਰੋਟੀ ਖਾਣੀ ਉਹਨੇ ਔਖੀ ਕਰ ਦੇਣੀ ਸੀ, ਸਾਡੇ ਕੋਲ ਕੁਝ ਵੀ ਨਹੀਂ ਹੋਣਾ ਸੀ, ਅਸੀਂ ਬਿਲਕੁਲ ਹੀ ਗਰੀਬ ਹੋ ਜਾਣੇ ਸੀਗੇ, ਠੀਕ ਹੈ। ਥੈਂਕ ਯੂ।